ਸਤਿ ਸ੍ਰੀ ਅਕਾਲ। ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਅੱਜ ਅਸੀਂ ਗੁਰਦੁਆਰਾ ਪੰਜੋਖੜਾ ਸਾਹਿਬ ਅੰਬਾਲਾ ਆਏ ਹਾਂ। ਇਸ ਗੁਰਦੁਆਰਾ ਪੰਜੋਖੜਾ ਸਾਹਿਬ ਨੂੰ ਪਾਤਸ਼ਾਹੀ 8ਵੀਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਇਸ ਧਰਤੀ ਨੂੰ ਚਰਨਾਂ ਦੀ ਛੋਹ ਪ੍ਰਾਪਤ ਹੈ। ਹੁਣ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ, ਸਾਰੇ ਪਿਛੋਕੜ ਬਾਰੇ ਭਾਈ ਬੂਟਾ ਸਿੰਘ ਜੀ ਜੋ ਇੱਥੇ ਹੱਡ ਗ੍ਰੰਥੀ ਹਨ, ਉਹ ਤੁਹਾਨੂੰ ਇਸ ਨਾਲ ਤੁਹਾਡੀ ਸਾਂਝ ਪਵਾਉਣਗੇ। ਉਹਨਾਂ ਨਾਲ ਹੀ ਹਨ ਭਾਈ ਸਿਮਰਨਜੀਤ ਸਿੰਘ ਜੀ ਜੋ ਇਸ ਗੁਰਦੁਆਰੇ ਦੇ ਕਥਾਵਾਚਕ ਹਨ। ਉਹ ਕੁਝ ਸ਼ਬਦ ਤੁਹਾਡੇ ਨਾਲ ਸਾਂਝੇ ਕਰਨਗੇ ਅਤੇ ਇਹਨਾਂ ਦੇ ਨਾਲ ਹੀ ਸਰਦਾਰ ਗੁਰਪ੍ਰੀਤ ਸਿੰਘ ਜੀ ਗ੍ਰੰਥੀ ਪੰਜੋਖੜਾ ਸਾਹਿਬ ਹਨ। ਤਾਂ ਇਹ ਹੁਣ ਤੁਸੀਂ ਇਹਨਾਂ ਵੱਲੋਂ ਅਗਲੀ ਸਾਰੀ ਇਤਿਹਾਸ ਸੁਣੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਪਾਤਸ਼ਾਹੀ 8ਵੀਂ। ਇਸ ਪਾਵਨ ਅਸਥਾਨ 'ਤੇ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ 1720 ਸੰਮਤ 789 ਮਾਘ ਸੁਦੀ ਨੂੰ ਸਤਿਗੁਰੂ ਜੀ ਨੇ ਮੁਬਾਰਕ ਚਰਨ ਪਾ ਕੇ ਇਸ ਧਰਤੀ ਨੂੰ ਭਾਗ ਲਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਦਿੱਲੀ ਤੋਂ ਔਰੰਗਜ਼ੇਬ ਦੇ ਬੁਲਾਵੇ 'ਤੇ ਜਦੋਂ ਸਤਿਗੁਰਾਂ ਨੂੰ ਦਿੱਲੀ ਬੁਲਾਉਣਾ ਚਾਹਿਆ, ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਪਿਤਾ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਬਚਨ ਉਚਾਰਨ ਕੀਤੇ। ਕਹਿਣਾ ਕੀਤਾ ਕਿ ਪਿਤਾ ਸਤਿਗੁਰੂ ਜੀ ਔਰੰਗਜ਼ੇਬ ਦੇ ਮੱਥੇ ਨਹੀਂ ਲੱਗੇ, ਉਸੇ ਤਰ੍ਹਾਂ ਅਸੀਂ ਵੀ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ, ਉਸ ਨੂੰ ਦਰਸ਼ਨ ਨਹੀਂ ਦੇਣੇ, ਇਸ ਕਰਕੇ ਅਸੀਂ ਦਿੱਲੀ ਨਹੀਂ ਜਾਵਾਂਗੇ। ਪਰ ਉਸੇ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਾਸ ਦਿੱਲੀ ਦੀ ਸੰਗਤਾਂ ਦੀ ਪੱਤਰਕਾ ਆਈ ਕਿ ਮਹਾਰਾਜ ਦਿੱਲੀ ਦੇ ਅੰਦਰ ਚੇਚਕ ਦੀ ਬਿਮਾਰੀ ਫੈਲੀ ਹੋਈ ਹੈ, ਜੋ ਬਹੁਤ ਭਿਆਨਕ ਉਸ ਦਾ ਅਸਰ ਹੋ ਰਿਹਾ ਹੈ। ਬੱਚੇ, ਬੁੱਢੇ, ਜਵਾਨ ਉਸ ਦੀ ਲਪੇਟ ਵਿੱਚ ਆਉਣ ਕਰਕੇ ਮੌਤ ਦੇ ਘਾਟ ਉਤਰ ਰਹੇ ਹਨ। ਕਿਰਪਾ ਕਰੋ ਸਤਿਗੁਰੂ ਜੀ, ਦਿੱਲੀ ਆਣ ਕੇ ਇਸ ਦੁੱਖ ਤੋਂ ਸਾਨੂੰ ਨਿਵਾਰਨ ਕਰੋ, ਸਾਨੂੰ ਚੜ੍ਹਦੀਆਂ ਕਲਾਂ ਵਿੱਚ ਕਰੋ। ਸਤਿਗੁਰੂ ਪਾਤਸ਼ਾਹ ਮਹਾਰਾਜ ਉਸੇ ਸਮੇਂ ਸੰਗਤ ਦੇ ਨਾਲ ਆਏ ਪੱਤਰਕਾ ਦਾ ਸੁਣ ਕੇ ਉਸੇ ਸਮੇਂ ਸਤਿਗੁਰੂ ਜੀ ਤਿਆਰ ਹੋਏ ਅਤੇ ਉਸੇ ਸਮੇਂ ਜੋ ਔਰੰਗਜ਼ੇਬ ਵੱਲੋਂ ਭੇਜਿਆ ਗਿਆ ਗੁਰੂ ਕਾ ਪਿਆਰਾ, ਉਸ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਦਿੱਲੀ ਨੂੰ ਜਾ ਰਹੇ ਹੋ ਅਤੇ ਕਿਰਪਾ ਕਰੋ ਮੇਰੇ ਨਾਲ ਚੱਲਦੇ ਰਹੋ। ਉੱਥੇ ਜਾ ਕੇ ਔਰੰਗਜ਼ੇਬ ਨੂੰ ਮਿਲਣਾ ਜਾਂ ਨਾ ਮਿਲਣਾ ਆਪ ਜੀ ਦੀ ਮਰਜ਼ੀ ਹੋਵੇਗੀ। ਰਾਜਾ ਜੈ ਸਿੰਘ ਨੇ ਬੇਨਤੀ ਕੀਤੀ ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮੰਨ ਗਏ ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਦੇ ਨਾਲ ਦਿੱਲੀ ਨੂੰ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਚੱਲਦੇ ਚੱਲਦੇ ਇਸ ਨਗਰ ਪੰਜੋਖੜਾ ਸਾਹਿਬ ਦੀ ਪਾਵਨ ਧਰਤੀ 'ਤੇ ਪਹੁੰਚੇ, ਜਿਸ ਜਗ੍ਹਾ 'ਤੇ ਇਹ ਪਾਵਨ ਪਵਿੱਤਰ ਅਸਥਾਨ ਬਣਿਆ ਹੈ। ਇਸ ਜਗ੍ਹਾ 'ਤੇ ਡਾਂਗਰੀ ਨਦੀ ਦਾ ਵਹਾਵ ਚੱਲ ਰਿਹਾ ਸੀ। ਉਸ ਦੇ ਕਿਨਾਰੇ ਸਤਿਗੁਰੂ ਜੀ ਨੇ ਆਪਣਾ ਡੇਰਾ ਲਾਇਆ। ਜਿੰਨੇ ਵੀ ਨਾਲ ਸਤਿਗੁਰਾਂ ਪਾਤਸ਼ਾਹ ਦੇ ਆਏ, ਮਾਤਾ ਕ੍ਰਿਸ਼ਨ ਕੌਰ ਜੀ ਅਤੇ ਨਿਕਟ ਵਰਤੀ ਸਿੱਖ ਗੁਰੂ ਸਾਹਿਬਾਂ ਦੇ ਨਾਲ ਆਏ, 2200 ਘੋੜ ਸਵਾਰ ਉਹ ਵੀ ਸਤਿਗੁਰਾਂ ਦੇ ਨਾਲ ਆਏ ਅਤੇ ਇੱਥੇ ਸਾਰਾ ਖੇਮਾ ਸਤਿਗੁਰਾਂ ਜੀ ਨੇ ਤਿਆਰ ਕੀਤਾ। ਅਤੇ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਇੱਥੇ ਸੁਭਾਏਵਾਨ ਸਨ, ਉਸੇ ਸਮੇਂ ਬਹੁਤ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਦਰਸ਼ਨਾਂ ਨੂੰ ਪਹੁੰਚਣ ਲੱਗੀਆਂ। ਦੂਰ ਦਰੇਡਿਆਂ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਪਹੁੰਚ ਰਹੀਆਂ ਨੇ। ਇੱਥੋਂ ਤੱਕ ਕਿ ਕਾਬਲ ਗੰਧਾਰ ਦੀਆਂ ਸੰਗਤਾਂ ਨੂੰ ਵੀ ਜਿਵੇਂ ਪਤਾ ਲੱਗਾ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦਿੱਲੀ ਨੂੰ ਜਾ ਰਹੇ ਹਨ, ਇਸ ਸਮੇਂ ਪੰਜੋਖੜਾ ਸਾਹਿਬ ਅੰਬਾਲਾ ਦੇ ਕੋਲ ਰੁਕੇ ਹੋਏ ਹਨ, ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਠਹਿਰ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੰਗਤਾਂ ਨੂੰ ਤਾਰਨਾ ਕੀਤਾ। ਇਸ ਨਗਰ ਦਾ ਵਸਨੀਕ ਲਾਲ ਚੰਦ ਪੰਡਤ ਜੋ ਬਹੁਤ ਵਿਦਵਾਨ ਸੀ, ਉਸ ਨੇ ਜਦੋਂ ਸਤਿਗੁਰਾਂ ਦੇ ਇੱਥੇ ਆਉਣ ਦਾ ਸੁਣਿਆ ਅਤੇ ਇਹ ਸੁਣਿਆ ਕਿ ਛੋਟਾ ਜਿਹਾ ਬਾਲਕ ਗੁਰੂ ਹੈ ਅਤੇ ਉਹਦਾ ਨਾਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਹੈ, ਤਾਂ ਕਹਿਣ ਲੱਗਾ ਕਿ ਗੁਰੂ ਨਾ ਆਪਣੇ ਆਪ ਨੂੰ ਕ੍ਰਿਸ਼ਨ ਦਾ ਨਾਮ ਰਖਾ ਕੇ ਗੁਰੂ ਅਖਵਾਰਿਆ, ਜੋ ਦੁਆਪਰ ਦਾ ਅਵਤਾਰ ਹੋਇਆ ਹੈ। ਕੀ ਉਹ ਭਗਵਤ ਗੀਤਾ ਦੇ ਅਰਥ ਅਤੇ ਮੇਰੇ ਸਵਾਲਾਂ ਦਾ ਜਵਾਬ ਦੇ ਸਕਦੇ ਹੈ? ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿ ਹਾਂ, ਤੁਹਾਡੇ ਹਰ ਸਵਾਲ ਦਾ ਜਵਾਬ ਗੀਤਾ ਦੇ ਅਰਥ ਹੋ ਸਕਦੇ ਹਨ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਹਿਣਾ ਕੀਤਾ ਕਿ ਹੇ ਲਾਲ ਚੰਦ ਪੰਡਤ, ਜੋ ਤੇਰੇ ਵੱਲੋਂ ਕੀਤੇ ਸਵਾਲ ਜਵਾਬ ਹਨ
ਉਹਨਾਂ ਦੇ ਨਾਲ ਤੇਰਾ ਸ਼ੰਕਾ ਨਿਵਰਤ ਨਹੀਂ ਹੋਵੇਗਾ। ਕਾਰਨ ਗੁਰੂ ਪੜ ਪੁੱਤਰੇ, ਗੁਰੂ ਪੁੱਤਰ ਤੇ ਖੁਦ ਹੁਣ ਗੁਰੂ ਹਨ। ਇਸ ਕਰਕੇ ਕਿਸੇ ਕੋਲੋਂ ਸਿੱਖ ਲਿਆ ਹੋਵੇਗਾ, ਸੁਣ ਲਿਆ ਹੋਵੇਗਾ ਤੇ ਆਪਣੇ ਨਗਰ ਦੇ ਵਿੱਚੋਂ ਕਿਸੇ ਮਨੁੱਖ ਨੂੰ ਲੈ ਆ, ਅਸੀਂ ਉਸ ਦੇ ਪਾਸੋਂ ਗੀਤਾ ਦੇ ਅਰਥ ਕਰਵਾ ਦੇਵਾਂਗੇ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਬਚਨ ਸੁਣ ਕੇ ਲਾਲ ਚੰਦ ਪੰਡਤ ਨਗਰ ਦੇ ਵਿੱਚ ਗਿਆ ਤੇ ਨਗਰ ਦੇ ਵਿੱਚੋਂ ਇੱਕ ਇਸ ਮਨੁੱਖ ਨੂੰ ਲੈ ਕੇ ਆਇਆ ਜੋ ਨਾ ਬੋਲ ਸਕਦਾ ਸੀ ਤੇ ਨਾ ਸੁਣ ਸਕਦਾ ਸੀ। ਸਤਿਗੁਰਾਂ ਦੇ ਸਨਮੁਖ ਲਿਆ ਕੇ ਖੜਾ ਕਰ ਦਿੱਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਨਿਕਟਵਰਤੀ ਸਿੱਖਾਂ ਨੂੰ ਕਹਿਣਾ ਕੀਤਾ ਕਿ ਜਾਓ, ਉਹ ਜੋ ਸਾਹਮਣੇ ਛੰਬੜੀ ਦੇ ਵਿੱਚ ਪਾਣੀ ਰੁਕਿਆ ਹੋਇਆ ਹੈ ਉਸ ਦੇ ਵਿੱਚ ਜਾ ਕੇ ਇਹਦਾ ਇਸ਼ਨਾਨ ਕਰਾ ਕੇ ਲਿਆਓ। ਸਾਧ ਸੰਗਤ, ਇਹਦੇ ਵਿੱਚ ਇੱਕ ਆਪ ਜੀ ਨੂੰ ਜ਼ਰੂਰੀ ਸੂਚਨਾ ਦੱਸੀ ਜਾਂਦੀ ਹੈ ਕਿ ਉਸ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚੌਰਬਰਦਾਰ ਜਿਨ੍ਹਾਂ ਨੂੰ ਬਹੁਤ ਹੀ ਤੇਜ਼ ਬੁਖਾਰ ਹੋਇਆ ਤੇ ਮਾਤਾ ਕ੍ਰਿਸ਼ਨ ਕੌਰ ਜੀ ਨੇ ਕਹਿਣਾ ਕੀਤਾ ਕਿ ਬਾਲਕ ਗੁਰੂ ਆਪ ਜੀ ਦਾ ਜੋ ਚੌਰਬਰਦਾਰ ਹੈ ਉਹਨੂੰ ਬਹੁਤ ਤੇਜ਼ ਬੁਖਾਰ ਹੋਇਆ ਹੈ, ਕਿਰਪਾ ਕਰੋ ਇਹਦਾ ਬੁਖਾਰ ਦੂਰ ਕਰੋ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਛਪੜੀ ਦੇ ਵਿੱਚ ਆਪਣੇ ਮੁਬਾਰਕ ਚਰਨ ਪਾਏ ਤੇ ਫਿਰ ਉਹਦਾ ਇਸ਼ਨਾਨ ਕਰਾਇਆ ਗਿਆ ਤੇ ਉਹਦਾ ਬੁਖਾਰ ਜਿਹੜਾ ਉਹ ਦੂਰ ਹੋ ਗਿਆ। ਉਸ ਤੋਂ ਬਾਅਦ ਫਿਰ ਇਸੇ ਹੀ ਛਪੜੀ ਦੇ ਵਿੱਚ ਛਜੂ ਦਾ ਇਸ਼ਨਾਨ ਕਰਾਇਆ ਗਿਆ ਤੇ ਪਾਤਸ਼ਾਹ ਮਹਾਰਾਜ ਦੇ ਕੋਲ ਸਾਫ ਸੁਥਰੇ ਵਸਤਰ ਪਹਿਨਾ ਕੇ ਸੰਗਤ ਦੇ ਵਿੱਚ ਲਿਆਂਦਾ ਗਿਆ। ਜਿਤਨੀਆਂ ਵੀ ਆਸ-ਪਾਸ ਦੀਆਂ ਸੰਗਤਾਂ ਇੱਥੇ ਇਕੱਤਰ ਹੋਈਆਂ ਉਹ ਸਾਰੀਆਂ ਸਤਿਗੁਰਾਂ ਦੇ ਪਾਸ ਬੈਠ ਗਈਆਂ ਅਤੇ ਨਾਲ ਹੀ ਲਾਲ ਚੰਦ ਪੰਡਤ ਨੂੰ ਬਿਠਾ ਲਿਆ ਤੇ ਇੱਕ ਪਾਸੇ ਛੱਜੂ ਨੂੰ ਬਿਠਾ ਲਿਆ ਤੇ ਮਹਾਰਾਜ ਨੇ ਕਹਿਣਾ ਕੀਤਾ ਕਿ ਹੇ ਲਾਲ ਚੰਦ ਪੰਡਤ, ਆਪ ਗੀਤਾ ਦਾ ਸ਼ਲੋਕ ਉਚਾਰਨ ਕਰੋ, ਤੇਰੇ ਹਰ ਸਵਾਲ ਦਾ ਜਵਾਬ ਤੇ ਗੀਤਾ ਦੇ ਅਰਥ ਇਹ ਛੱਜੂ ਕਰੇਗਾ। ਹੱਸ ਕੇ ਕਹਿਣ ਲੱਗਾ ਕਿ ਮਹਾਰਾਜ, ਇਹ ਮੇਰੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਸਕਦਾ ਕਿਉਂਕਿ ਇਸ ਦੇ ਵੱਸ ਦੀ ਗੱਲ ਨਹੀਂ ਹੈ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਤੇਰੇ ਹਰ ਸਵਾਲ ਦਾ ਜਵਾਬ ਤੇ ਗੀਤਾ ਦੇ ਅਰਥ ਕਰੇਗਾ। 2 ਵਾਰੀ 3 ਵਾਰੀ ਜਦੋਂ ਬਚਨ ਉਚਾਰਨ ਹੋਇਆ ਤੇ ਕਹਿਣ ਲੱਗਾ ਕਿ ਆਪ ਮਹਾਰਾਜ ਜੀ ਬੱਚੇ ਹੋ ਤੇ ਬੱਚਿਆਂ ਵਾਲੀ ਜਿੱਦ ਕਰ ਰਹੇ ਹੋ। ਮੈਂ ਆਪ ਜੀ ਨੂੰ ਦੱਸਿਆ ਕਿ ਇਸ ਇਨਸਾਨ ਦੇ ਵੱਸ ਦੀ ਗੱਲ ਨਹੀਂ, ਮੇਰੇ ਸਨਮੁਖ ਤਾਂ ਵੱਡੇ ਵੱਡੇ ਵਿਦਵਾਨ ਨਹੀਂ ਟਿਕ ਸਕਦੇ। ਮੈਂ ਉਹਨਾਂ ਦੀ ਵਿਦਵਤਾ ਦੇ ਨਾਲ ਹਰਾ ਕੇ ਉਹਨਾਂ ਦੇ ਧਰਮ ਗ੍ਰੰਥ ਚੱਕ ਕੇ ਲੈ ਕੇ ਆਉਣਾ ਹਾਂ। ਇਹ ਮੇਰੇ ਸਾਹਮਣੇ ਕੀ ਚੀਜ਼ ਹੈ? ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਦਰ ਘਰ ਹੈ, ਇਸ ਲਈ ਇਹ ਤੇਰੇ ਹਰ ਸਵਾਲ ਦਾ ਜਵਾਬ ਦੇਵੇਗਾ। ਕਹਿਣ ਲੱਗਾ ਠੀਕ ਹੈ ਮਹਾਰਾਜ, ਬੱਚੇ ਹੋ ਤੇ ਬੱਚਿਆਂ ਵਾਲੀ ਜਿੱਦ ਕਰਦੇ ਹੋ ਤੇ ਆਓ ਮੈਂ ਹੁਣ ਸ਼ਲੋਕ ਪੜ੍ਹਦਾ ਹਾਂ ਤੇ ਮੇਰੇ ਸਵਾਲਾਂ ਦਾ ਜਵਾਬ ਦੇ ਗੀਤਾ ਦੇ ਅਰਥ ਕਰੇ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਹੱਥ ਦੇ ਵਿੱਚ ਛੜੀ ਰੱਖਿਆ ਕਰਦੇ ਸਨ। ਉਹ ਛੜੀ ਉਸ ਛੱਜੂ ਦੇ ਸਿਰ ਤੇ ਰੱਖੀ। ਇਧਰੋਂ ਲਾਲ ਚੰਦ ਪੰਡਤ ਨੇ ਉਹ ਸ਼ਲੋਕ ਬੋਲਣਾ ਕੀਤਾ ਜੋ ਗੀਤਾ ਦੇ ਵਿੱਚ ਬਹੁਤ ਹੀ ਜ਼ਿਆਦਾ ਔਖਾ ਪੜ੍ਹਨਾ ਤੇ ਸੁਣਨਾ ਸੀ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਹੁਕਮ ਅਨੁਸਾਰ ਉਸ ਨੇ ਗੀਤਾ ਦੇ ਅਰਥ ਐਸੇ ਕੀਤੇ ਕਿ ਪੰਡਤ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿ ਮੇਰੇ ਨਗਰ ਦਾ ਵਸਨੀਕ ਹੈ, ਬੋਲਾ ਅਤੇ ਗੁੰਗਾ ਹੈ ਤੇ ਇਸ ਨੇ ਐਸੇ ਦਿਵ ਦ੍ਰਿਸ਼ਟੀ ਅਰਥ ਕੀਤੇ ਨੇ ਅਤੇ ਇਤਨਾ ਸੋਹਣਾ ਬੋਲਣ ਅਤੇ ਸੁਣਨ ਲੱਗ ਗਿਆ ਹੈ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ। ਕਹਿਣ ਲੱਗਾ ਕਿ ਮਹਾਰਾਜ, ਮੈਂ ਬਾਲਕ ਜਾਣ ਕੇ ਅਵੱਗਿਆ ਕਰ ਬੈਠਾ ਹਾਂ। ਅਗਲਾ ਸ਼ਲੋਕ ਪੜ੍ਹਨ ਲੱਗਾ, ਅਗਲੀਆਂ ਪੰਕਤੀਆਂ ਪਿਛਲੀਆਂ ਅੱਗੇ ਬੋਲਣ ਲੱਗਾ। ਤਾਂ ਛੱਜੂ ਨੇ ਰੋਕ ਕੇ ਕਹਿਣਾ ਕੀਤਾ ਕਿ ਪੰਡਤ ਜੀ ਤੇਰੇ ਵੱਡੇ ਗਿਆਨੀ ਹੋ ਕੇ ਗੀਤਾ ਦੀ ਬਾਣੀ ਗਲਤ ਪੜ੍ਹ ਰਹੇ ਹੋ, ਇਹਦਾ ਉਚਾਰਨ ਐਦਾਂ ਨਹੀਂ ਐਦਾਂ ਹੈ। ਤਾਂ ਸਾਧ ਸੰਗਤ ਜਿੰਨਾ ਵੀ ਉਸਦਾ ਮਾਨ ਸੀਗਾ ਉਹ ਚਕਨਾਚੂਰ ਹੋ ਗਿਆ ਤੇ ਸਤਿਗੁਰਾਂ ਦੇ ਚਰਨਾਂ ਤੇ ਢਹਿ ਕੇ ਬੇਨਤੀ ਕਰਨ ਲੱਗਾ ਕਿ ਮਹਾਰਾਜ ਮੈਨੂੰ ਵੀ ਆਪਣਾ ਸਿੱਖ ਬਣਾ ਲਵੋ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਦੀਆਂ ਬੇਨਤੀਆਂ ਕਰਨ ਤੇ ਫਿਰ ਉਹਨੂੰ ਚਰਨਾਮਤ ਜਲ ਦਿੱਤਾ ਤੇ ਆਪਣਾ ਸਿੱਖ ਬਣਾਇਆ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਐਸੀ ਰਹਿਮਤ ਹੋਈ, ਐਸੀ ਬਖਸ਼ਿਸ਼ ਹੋਈ। ਉਸੇ ਸਮੇਂ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਆਪਣੇ ਇਲਾਕੇ ਦੇ ਵਿੱਚ ਪ੍ਰਚਾਰ ਕਰੋ, ਗੁਰਮਤਿ ਦੀਆਂ ਸੰਗਤ ਤੱਕ ਗੱਲਾਂ ਪਹੁੰਚਾਵੋ ਤਾਂ ਕਿ ਇਸ ਅਸਥਾਨ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੀਆਂ ਰਹਿਮਤਾਂ ਪ੍ਰਾਪਤ ਹੋ ਸਕਣ। ਤਾਂ ਸਾਧ ਸੰਗਤ, ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਫਿਰ ਇਸ ਸਰੋਵਰ ਦੇ ਲਈ ਵਰਦਾਨ ਹੋਇਆ ਕਿ ਇਸ ਸਰੋਵਰ ਦੇ ਵਿੱਚ ਜੋ ਵੀ ਇਸ਼ਨਾਨ ਕਰੇਗਾ ਉਹਦੇ ਸਰ ਪ੍ਰਕਾਰ ਦੇ ਦੁੱਖ ਦਲਿੱਦਰ ਦੂਰ ਹੋਣਗੇ ਅਤੇ ਨਾ ਮੁਰਾਦ ਬਿਮਾਰੀਆਂ ਵੀ ਠੀਕ ਹੋਣਗੀਆਂ। ਤਾਂ ਸਾਧ ਸੰਗਤ, ਅੱਜ ਦੀ ਡੇਟ ਵਿੱਚ ਇਸ ਸਥਾਨ ਤੇ ਗੂੰਗੇ ਬੋਲੇ ਬਹਿਰੇ ਜਦ ਠੀਕ ਹੁੰਦੇ ਹੀ ਹਨ। ਇੱਥੇ ਨਾ ਮੁਰਾਦ ਬਿਮਾਰੀ, ਕੈਂਸਰ ਵਰਗੇ ਵੀ ਭਿਆਨਕ ਰੋਗ ਜਿਹੜੇ ਨੇ ਉਹ ਸਤਿਗੁਰੂ ਦੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਦੂਰ ਹੋ ਜਾਂਦੇ ਹਨ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਆਸ-ਪਾਸ ਦੀਆਂ ਸੰਗਤਾਂ, ਦੂਰ ਦਰੇਡੇ ਦੀਆਂ ਸੰਗਤਾਂ ਹਰ ਐਤਵਾਰ ਇੱਥੇ ਪਹੁੰਚ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਦੀਆਂ ਹਨ। ਜਿਹੜੇ ਬੱਚੇ ਬੋਲ ਸੁਣ ਨਹੀਂ ਸਕਦੇ ਉਹਨਾਂ ਨੂੰ ਵੀ ਇਸ਼ਨਾਨ ਕਰਾ ਕੇ ਸਤਿਗੁਰੂ ਦੀ ਰਹਿਮਤ, ਸਤਿਗੁਰੂ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਇਸ ਪਾਵਨ ਅਸਥਾਨ ਦੇ ਜੋ ਸੇਵਾ ਸੰਭਾਲ ਹੈ ਉਹ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਰ ਰਹੀ ਹੈ। ਇਸ ਸਮੇਂ
ਇਸ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਭੁਪਿੰਦਰ ਸਿੰਘ ਜੀ ਸੰਧ ਬੜੇ ਹੀ ਚੜ੍ਹਦੀ ਕਲਾ ਦੇ ਵਿੱਚ ਗੁਰਧਾਮਾਂ ਦੀ ਸੇਵਾ ਕਰਾ ਰਹੇ ਹਨ। ਪਾਵਨ ਅਸਥਾਨ ਦੇ ਮੈਨੇਜਰ ਸਾਹਿਬ ਸਰਦਾਰ ਅਰਸ਼ਦੀਪ ਸਿੰਘ ਜੀ ਜੋ ਇਸ ਸਥਾਨ ਤੇ ਮੈਨੇਜਰ ਦੀ ਸੇਵਾ ਨਿਭਾ ਰਹੇ ਹਨ, ਜੋ ਬਹੁਤ ਸੂਝਵਾਨ ਅਤੇ ਹੋਣਹਾਰ ਹਨ, ਕਿਉਂਕਿ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ। ਇਸ ਸਥਾਨ ਵਿੱਚ ਤੇ ਗੁਰੂ ਕਾ ਲੰਗਰ ਅਟੁੱਟ ਵਰਤਾ ਹੈ। ਸੰਗਤ ਵਾਸਤੇ ਰਹਿਣ ਵਸੇਰਾ ਗੁਰੂ ਹਰਕ੍ਰਿਸ਼ਨ ਸਾਹਿਬ ਖਾਲਸਾ ਨਿਵਾਸ ਹੈ। ਇਸੇ ਹੀ ਸਥਾਨ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਖਾਲਸਾ ਕਾਲਜ ਹੈ, ਜਿੱਥੇ ਆਸ-ਪਾਸ ਦੇ ਬੱਚੇ ਬੱਚੀਆਂ ਪੜ੍ਹ ਕੇ ਆਪਣਾ ਜੀਵਨ ਸਵਾਰ ਰਹੀਆਂ ਹਨ ਤੇ ਇੱਥੇ 24 ਘੰਟੇ ਗੁਰੂ ਕਾ ਲੰਗਰ ਅਟੁੱਟ ਵਰਤਦਾ ਹੈ। ਸਾਧ ਸੰਗਤ ਅੱਜ ਵੀ ਇਸ ਸਥਾਨ ਤੇ ਗੂੰਗੇ ਬੋਲੇ ਬੱਚੇ ਠੀਕ ਹੁੰਦੇ ਹਨ। ਜੇ ਆਪ ਜੀ ਦੇ ਇਲਾਕੇ ਵਿੱਚ, ਆਪ ਜੀ ਦੇ ਨਗਰ ਦੇ ਵਿੱਚ, ਆਪ ਜੀ ਦੇ ਸ਼ਹਿਰ ਵਿੱਚ ਕੋਈ ਐਸਾ ਬੱਚਾ ਹੋਵੇ, ਉਸ ਨੂੰ ਪ੍ਰੇਰਿਤ ਕਰਕੇ ਆਪ ਜੀ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਦੀ ਪਾਵਨ ਧਰਤੀ ਤੇ ਭੇਜਣਾ ਕਰੋ, ਤਾਂ ਕਿ ਸਤਿਗੁਰੂ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰਕੇ ਉਹ ਬੱਚੇ ਵੀ ਬੋਲ ਸੁਣ ਸਕਣ ਤੇ ਆਪਣੇ ਜੀਵਨ ਦਾ ਆਨੰਦ ਮਾਣ ਸਕਣ। ਸੋ ਪਾਵਨ ਅਸਥਾਨ ਦੇ ਮੈਨੇਜਰ ਸਾਹਿਬ ਸਰਦਾਰ ਅਰਸ਼ਦੀਪ ਸਿੰਘ ਜੀ, ਦਾਸ ਭਾਈ ਬੂਟਾ ਸਿੰਘ ਜੀ ਹਡਗੰਤੀ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ, ਮੇਰੇ ਨਾਲ ਦੇ ਸਾਥੀ ਭਾਈ ਸਿਮਰਨਜੀਤ ਸਿੰਘ ਜੀ ਕਥਾਵਾਚਕ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਗ੍ਰੰਥੀ ਸਿੰਘ, ਇਹਨਾਂ ਵੱਲੋਂ ਸਭ ਨੂੰ ਆਪ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਮਹਾਰਾਜ ਦੇ ਅਸਥਾਨ ਜੋ ਅੰਬਾਲਾ ਤੋਂ 8 ਕਿਲੋਮੀਟਰ ਦੀ ਦੂਰੀ ਤੇ ਹੈ, ਅੰਬਾਲਾ ਕੈਂਟ ਤੋਂ 10 ਕਿਲੋਮੀਟਰ ਦੀ ਦੂਰੀ ਤੇ ਹੈ, ਹਰ ਸਮੇਂ ਇੱਥੇ ਆਉਣ ਜਾਣ ਦਾ ਸਾਧਨ ਆਪ ਜੀ ਨੂੰ ਬੜੇ ਆਰਾਮ ਦੇ ਨਾਲ ਮਿਲ ਜਾਣਗੇ, ਤਾਂ ਕਿ ਆਪਾਂ ਇੱਥੇ ਆਣ ਕੇ ਗੁਰੂ ਦੀਆਂ ਬਖਸ਼ਾਂ, ਗੁਰੂ ਦੀਆਂ ਰਹਿਮਤਾਂ ਲੈ ਲਈਏ। ਇਹਨਾਂ ਅਸਥਾਨਾਂ ਦੀ ਜਿਹੜੀ ਮੇਨ ਸੇਵਾ ਸੰਭਾਲ ਹੈ ਉਹ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਵੀ, ਪ੍ਰਧਾਨ ਸਾਹਿਬ ਵੱਲੋਂ ਵੀ ਅਤੇ ਸਮੂਹ ਮੈਂਬਰ ਸਾਹਿਬਾਨਾਂ ਵੱਲੋਂ ਵੀ ਆਪ ਸੰਗਤਾਂ ਨੂੰ ਬੇਨਤੀ ਹੈ, ਆਓ ਪੰਜੋਖਰਾ ਸਾਹਿਬ ਦੀ ਪਾਵਨ ਧਰਤੀ ਨੂੰ ਨਤਮਸਤਕ ਹੋ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।